औज़ुबिल्लाहिमिनश्शैतानिर्रजीम बिस्मिल्लाहिर्रहमानिर्रहीम अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तक़ीन अस्सलातु वस्सलामु अला रसूलिहिल करीम। दोस्तों अस्सलाम वालेकुम। डॉक्टर नसीर कल हाज़र CNP न्यूज़। दोस्तों ਤੁਸੀਂ ਸੁਣਿਆ ਹੋਣਾ ਅੱਜ ਕੱਲ ਖਬਰਾਂ ਬੜੀਆਂ ਚੱਲਣ ਰਹੀਆਂ ਕਿ ਸਾਡੇ ਪਿਆਰੇ ਮੁਲਕ ਪਾਕਿਸਤਾਨ ਦੇ ਦਾਰੁਲ ਖਿਲਾਫਾ ਕੈਪੀਟਲ ਇਸਲਾਮਾਬਾਦ ਦੇ ਅੰਦਰ ਇੱਕ ਬੜਾ ਅਜੀਬੋ ਗਰੀਬ ਤਮਾਸ਼ਾ ਹੋਇਆ, ਜਿਹਦੇ 'ਚ ਇਸ ਤਰ੍ਹਾਂ ਸੀ ਕਿ ਕੁਝ ਚਾਈਨੀ ਔਰ ਕੁਝ ਪਾਕਿਸਤਾਨੀ ਇਹ ਮਿਲ ਕੇ ਲੋਕਾਂ ਦੇ ਅਜ਼ਾ ਇਕੱਠੇ ਕਰਦੇ। ਇਕੱਠੇ ਕਿੱਥੋਂ ਕਰਦੇ ਸੀ ਇਹ ਤੇ ਇਨਕੁਆਇਰੀ ਹੋਏਗੀ ਤੇ ਪਤਾ ਲੱਗੇਗਾ। ਉਹ ਅਜ਼ਾ ਕਿਹਨਾਂ ਦੇ ਹੁੰਦੇ ਸੀ ਇਹ ਵੀ ਇਨਕੁਆਇਰੀ ਤੋਂ ਬਾਅਦ ਪਤਾ ਲੱਗਾ, ਜੇ ਇੰਪਾਰਸ਼ਲ ਇਨਕੁਆਇਰੀ ਹੋਈ ਤੇ। ਅੱਛਾ, ਉਹ ਅਜ਼ਾ ਇਕੱਠੇ ਕਰਕੇ ਫਿਰ ਉਹਨਾਂ ਕੋਲ ਪਲਾਨ ਲਗਾਇਆ ਸੀ, ਸੁਨੀਦ ਇਹ ਆ ਕਿ ਪਲਾਨ ਲਗਾਇਆ ਜਿਹਦੇ 'ਚ ਉਹਨੂੰ ਸਟਫ ਕਰਦੇ ਸੀ, ਯਾਨੀ ਉਹਨਾਂ ਨੂੰ ਖੁਸ਼ਕ ਕਰਕੇ ਤੇ ਬਿਲਕੁਲ ਮਹਿਫੂਜ਼ ਕਰਦੇ ਸਨ। ਔਰ ਉਸ ਤੋਂ ਬਾਅਦ ਇਹ ਅਜ਼ਾ ਜਿਹੜੇ ਆ ਉਹ ਕਿੱਥੇ ਭੇਜਦੇ ਸੀ ਇਹ ਵੀ ਇਨਕੁਆਇਰੀ ਤੋਂ ਬਾਅਦ ਹੀ ਪਤਾ ਚੱਲੇਗਾ। ਤੁਸੀਂ ਇਹ ਦੇਖੋ ਮੇਰੇ ਮੁਲਕ ਦੇ ਅੰਦਰ ਕੈਸੇ ਕੈਸੇ ਅਜੀਬੋ ਗਰੀਬ ਤਮਾਸ਼ੇ ਹੋ ਰਹੇ ਨੇ, ਔਰ ਤਮਾਸ਼ੇ ਵੀ ਕਿੱਥੇ ਹੋ ਰਹੇ ਨੇ, ਕੋਈ ਬੈਕਵਰਡ ਏਰੀਆ ਬਹੁਤ ਦੂਰ ਦੇ ਇਲਾਕੇ 'ਚ ਨਹੀਂ ਬਲਕਿ ਕੈਪੀਟਲ ਦੇ ਅੰਦਰ ਹੋ ਰਹੇ ਨੇ। ਔਰ ਮੇਰੀ ਗੌਰਮੈਂਟ ਜਿਹੜੀ ਆ ਆਰਾਮ ਨਾਲ ਮੌਜ ਨਾਲ ਸੁੱਤੀ ਪਈ ਆ, ਉਹਨੂੰ ਕੋਈ ਖਬਰ ਨਹੀਂ, ਕੋਈ ਜ਼ਰੂਰਤ ਨਹੀਂ। ਦੂਸਰੇ ਟੌਪਿਕ ਜਿਹੜਾ ਹੈ ਜਾਂ ਦੂਸਰਾ ਨੁਕਤਾ ਜਿਹੜਾ ਉੱਤੇ ਗੱਲ ਕਰਨੇ ਆ ਉਹ ਹੈ ਕਿ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਜਿਹੜਾ ਬਣਾਇਆ ਸੀ ਉਹ 'ਚ ਪਤਾ ਨਹੀਂ ਕਿੰਨੇ 100 ਅਰਬ ਰੁਪਇਆ ਜਿਹੜਾ ਉਹ ਲੋਕਾਂ ਨੂੰ ਤਕਸੀਮ ਕਰਨਾ ਖਰਾਦ ਦਾ। ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਸਾਡਾ ਵਜ਼ੀਰ ਆਜ਼ਮ ਤੇ ਸਾਡੇ ਬਾਕੀ ਵੱਡੇ ਵੱਡੇ ਜਿਹੜੇ ਨੇ ਇਹ ਖਰਾਤ ਮੰਗਦੇ ਫਿਰਦੇ ਨੇ ਨਾ, ਪੂਰੀ ਕੌਮ ਨੂੰ ਖਰਾਤ ਮੰਗਣ ਤੇ ਲਗਾਤਾ। ਔਰ ਇਸ ਦੀ ਬਜਾਏ ਕਿ ਜਿੰਨਾ ਪੈਸਾ ਇੱਥੇ ਬਰਬਾਦ ਕੀਤਾ ਜਾ ਰਿਹਾ ਇਹਨਾਂ ਨੂੰ ਕਿਸੇ ਇੰਡਸਟਰੀ 'ਚ ਲਗਾ ਕੇ ਸਰਕਾਰੀ ਇੰਡਸਟਰੀ ਖੜੀ ਕੀਤੀ ਜਾਏ ਔਰ ਉਹਨਾਂ ਲੋਕਾਂ ਨੂੰ ਉੱਥੇ ਕੰਮ ਤੇ ਲਗਾਇਆ ਜਾਏ, ਇਸ ਦੀ ਬਜਾਏ ਕਿ ਕੰਮ ਤੇ ਕੋ ਕਰਨ ਦੀ ਬਜਾਏ ਐਸਾ ਮੰਗਤਾ ਮੰਗਤ ਬਣਾਤਾ ਔਰ ਉਹ ਸਾਰੇ ਲਾਈਨਾਂ ਲਗਾ ਕੇ ਖੜੇ ਹੋਏ ਨੇ। ਔਰ ਮਜ਼ੇਦਾਰ ਚੋਂ ਗੱਲ ਇਹ ਆ ਕਿ ਉਹਦੇ ਵਿੱਚ ਵੀ ਕਰਪਸ਼ਨ ਨਹੀਂ ਲੋਕ ਸਾਡੇ ਛੱਡਦੇ। ਮਿਸਾਲ ਦੇ ਤੌਰ ਤੇ ਕਿ ਛੋਟੀ ਜਿਹੀ ਗੱਲ ਮੈਂ ਦੱਸਣ ਲੱਗਾ, ਇਹਦੇ 'ਚ ਇਹ ਹੋਈ ਆ ਇੱਕ ਬੰਦਾ ਜਿਹਦੀਆਂ 5558 ਬੁੜੀਆਂ ਜ਼ਾਹਰ ਕੀਤੀਆਂ ਗਈਆਂ ਨੇ ਕਿ ਉਹ ਔਰਤਾਂ ਜਿਹੜੀਆਂ ਸੀ ਉਹ ਇਸ ਪ੍ਰੋਗਰਾਮ ਤੋਂ ਮੁਸਤਫੀਦ ਹੋ ਰਹੀਆਂ ਸੀ, ਉਹਨਾਂ ਤੋਂ ਪੈਸੇ ਲੈ ਰਹੀਆਂ ਸੀ। ਹੈਰਾਨਗੀ ਦੀ ਗੱਲ ਵੀ ਆ ਬਲਕਿ ਪਰੇਸ਼ਾਨੀ ਦੀ ਗੱਲ ਆ ਕਿ ਇੱਕ ਬੰਦੇ ਨੇ 55 ਬੁੜੀਆਂ ਕਿਸ ਤੋਂ ਪਾਲ ਲੀਆਂ, ਜਦੋਂ ਕਿ ਨਵਾਜ਼ ਸਾਹਿਬ ਇੱਕ ਬੜੀ ਮੁਸ਼ਕਲ ਨਾਲ ਪਾਲਦੀ ਹੈ। ਅੱਛਾ, ਇਸ ਤੋਂ ਅਗਲਾ ਨੁਕਤਾ ਹੈ ਆਸਟ੍ਰੇਲੀਆ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਲਗਾਤੀ ਆ ਕਿ ਬੱਚਿਆਂ ਨੂੰ ਬਿਲਕੁਲ ਸੋਸ਼ਲ ਮੀਡੀਆ ਦੇ ਕਰੀਬ ਨਾ ਜਾਣ ਦਿੱਤਾ ਜਾਏ ਔਰ ਬੱਚਿਆਂ ਨੂੰ 16 ਸਾਲ ਦੇ ਕਮ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੋਬਾਈਲ ਇਸਤੇਮਾਲ ਕਰਨ ਦੀ ਕੋਈ ਇਜਾਜ਼ਤ ਨਹੀਂ ਹੈ, ਪਾਬੰਦੀ ਲਗਾਈ ਹੈ। ਔਰ ਇਹਦਾ ਸਭ ਤੋਂ ਬੜਾ ਫਾਇਦਾ ਇਹ ਹੋਏਗਾ ਕਿ ਸਾਡੇ ਬੱਚੇ ਜਿਹੜੇ, ਜਿਸ ਤਰ੍ਹਾਂ ਤੁਸੀਂ ਦੇਖੋ ਨਾ ਇੱਕ ਜ਼ਮਾਨੇ 'ਚ ਫੀਮ ਦੇ ਨਸ਼ਾ ਹੁੰਦਾ ਸੀ ਔਰ ਉਹ ਬੰਦਾ ਜਿਹੜਾ ਫੀਮ ਤੇ ਲੱਗ ਜਾਂਦਾ ਬਸ ਉਹ ਫੀਮ ਜੋਗਾ ਹੀ ਰਹਿ ਜਾਂਦਾ, ਕਾਸੇ ਜੋਗਾ ਨਹੀਂ ਸੁਣਦਾ। ਇਹ ਕਿਸਮ ਦੀ ਅਫੀਮ ਹੈ ਜਿਹੜੀ ਬੱਚਿਆਂ ਨੂੰ ਲਗਾਈ ਜਾ ਰਹੀ ਆ ਔਰ ਬਾਕਾਇਦਾ ਪਲਾਨਿੰਗ ਦੇ ਤਹਿਤ ਲਗਾਈ ਜਾ ਰਹੀ ਆ ਔਰ ਬੱਚੇ ਮਾਂ ਬਾਪ ਤੋਂ ਵੈਸੇ ਹੀ ਤਗੜੇ ਹੋ ਗਏ ਨੇ ਕਿ ਉਹ ਬੰਦੇ ਹੀ ਨਹੀਂ ਗਏ। ਇਹੀ ਵਜ੍ਹਾ ਕਿ ਇਹ ਉਹਨਾਂ ਨੇ ਇਹ ਹੱਲ ਸੋਚਿਆ ਆਸਟ੍ਰੇਲੀਆ ਵਾਲਿਆਂ ਕਿ ਇਹਦੇ ਪਾਬੰਦੀ ਲਗਾਓ ਕਿ ਬੱਚੇ ਇਸਤੇਮਾਲ ਹੀ ਨਾ ਕਰਨ। ਜਦੋਂ ਇਸਤੇਮਾਲ ਨਹੀਂ ਕਰਨਗੇ ਆਪੇ ਨਸ਼ਾ ਆਹਿਸਤਾ ਆਹਿਸਤਾ ਖਤਮ ਹੋ ਜਾਏਗਾ, ਜਿਸ ਤਰ੍ਹਾਂ ਚਾਈਨਾ ਨੇ ਨਸ਼ਾ ਅਫੀਮ ਦਾ ਖਤਮ ਕੀਤਾ ਸੀ। ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਇੱਕ ਜ਼ਮਾਨਾ ਜਦੋਂ ਛੋਟੇ ਛੋਟੇ ਹੁੰਦੇ ਉਦੋਂ ਚੀਨ ਨੂੰ ਕਿਹਾ ਜਾਂਦਾ ਚੀਨ ਏਸ਼ੀਆ ਦਾ ਮਰਦੇ ਬਿਮਾਰ ਹੈ, ਯਾਨੀ ਉੱਥੇ ਸਾਰੇ ਲੋਕ ਨਸ਼ਾ ਕਰਦੇ ਸੀ ਤੇ ਜਿੰਨੇ ਜਿੰਨੇ ਵੱਡੇ ਨਸ਼ਈ ਸੀ ਉਹਨਾਂ ਚੁੱਕ ਕੇ ਤੇ ਖਤਮ ਕਰ ਛੱਡੇ। ਹੁਣ ਈਰਾਨ ਨਹੀਂ ਚੀਨ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ, ਉਹ ਦੁਨੀਆ ਸਭ ਤੋਂ ਬੜੀ ਇਕਨੋਮੀ ਬਣ ਗਿਆ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਬੱਚਿਆਂ ਦੇ ਉੱਤੇ ਜਿਹੜਾ ਹੈ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਆ, ਖੈਰੀਅਤ ਕਰਨੀ ਚਾਹੀਦੀ ਆ, ਆਪਣੇ ਬੱਚਿਆਂ ਵਾਸਤੇ ਸੋਚਣਾ ਚਾਹੀਦਾ ਕਿਉਂਕਿ ਉਹਦੇ ਨਾਲ ਨਜ਼ਰ ਵੀ ਖਰਾਬ ਹੁੰਦੀ ਆ ਔਰ ਜ਼ਹਿਨੀਅਤ ਵੀ ਖਰਾਬ ਹੁੰਦੀ ਆ। ਉਸ ਤੋਂ ਅੱਗੇ ਚੱਲਦੇ ਆ, ਇਸਰਾਈਲ ਦੇ ਵਿੱਚ ਬੜਾ ਰੋਣਾ ਧੋਣਾ ਸ਼ੁਰੂ ਹੋ ਗਿਆ। ਉਹ ਜਨਾਬ ਉਹ ਸਾਰੇ ਹੁਣ ਲੋਕ ਅੱਗੇ ਇਸਰਾਈਲ ਦੇ ਇਲੈਕਸ਼ਨ ਆ ਰਹੇ ਨੇ ਤੇ ਜਿਹੜਾ ਨਤਨਯਾਹੂ ਉਹਨੂੰ ਆਪਣੀ ਮੁਸੀਬਤ ਪਈ ਆ ਕਿਉਂਕਿ ਹੁਣ ਇਲੈਕਸ਼ਨ 'ਚ ਆ ਕੇ ਉਹ ਜੁੱਤੀ ਫਿਰਨੀ ਆ ਉਹਨੂੰ, ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਇਹਨੇ ਸਿਰਫ ਸ਼ਰਾਰਤ ਕੀਤੀ ਸੀ, ਇਹਨੇ ਸਿਰਫ ਗਲਤ ਬਿਆਨੀ ਕੀਤੀ ਸੀ, ਇਹਨੇ ਸਿਰਫ ਗਲਤ ਕਦਮ ਉਠਾਇਆ ਸੀ ਕਿ ਈਰਾਨ ਦੇ ਉੱਤੇ ਹਮਲਾ ਕੀਤਾ ਔਰ ਉਹਦੇ ਨਾਲ ਇਹ ਹੋਇਆ ਕਿ ਸਾਨੂੰ ਫਾਇਦਾ ਇੱਕ ਪੈਸੇ ਦਾ ਨਹੀਂ ਹੋਇਆ, ਅਲਬੱਤਾ ਨੁਕਸਾਨਾਤ ਦੀ ਸਾਡੇ ਮੁਲਕ ਦੀ ਤਬਾਹੀ ਲੈ ਗਈ ਆ। ਸਾਡਾ ਜਿਹੜਾ ਇੱਕ ਵਕਾਰ ਸੀ, ਪਰੰਪਰਾ ਸੀ, ਉਹ ਖਤਮ ਹੋ ਗਿਆ। ਉਸ ਤੋਂ ਅੱਗੇ ਚੱਲਦੇ ਆ ਅਮਰੀਕਾ ਦੀ ਖਬਰ। ਅਮਰੀਕਾ ਦੇ ਵਿੱਚ ਜਨਾਬ ਜਰਨੈਲਾਂ ਨੂੰ ਲਾ ਕੇ ਪਰੇ ਮਾਰੀ ਜਾਣ ਡਿਆ। ਵਜ਼ੀਰ ਦਿਫਾ ਉੱਥੋਂ ਦਾ ਜਿਹੜਾ ਉਹਨੇ ਕੋ 16-17 ਜਰਨੈਲ ਜਿਹੜੇ ਆ ਉਹ ਉਤਾਰ ਕੇ ਪਰਾਂ ਮਾਰੇ ਨੇ, ਹਾਲਾਂਕਿ 3-4 ਉਹਨਾਂ ਨੇ ਜੰਗ ਦੇ ਦੌਰਾਨ ਵੀ ਉਤਾਰੇ ਸੀ। ਪਤਾ ਨਹੀਂ ਕੀ ਮਸਲੇ ਉਹਨਾਂ ਦੇ ਆਪਣੇ ਮਸਾਇਲ ਹੋਣਗੇ
ਲੇਕਿਨ ਇਹ ਆ ਕਿ ਉਹ ਸਮਝਦੇ ਨੇ ਕਿ ਉਹਨਾਂ ਨੇ ਕੰਮ ਜਿਹੜਾ ਸਿਕਿਉਰਿਟੀ ਦਾ ਸੀ ਜਾਂ ਲੜਾਈ ਦਾ ਸੀ ਜਾਂ ਡਿਫੈਂਸ ਦਾ ਸੀ ਉਹ ਸਹੀ ਨਹੀਂ ਕੀਤਾ। ਉਹਨਾਂ ਨੇ ਕਦਮ ਉਠਾਇਆ, ਉਹਨਾਂ ਦੀ ਆਪਣੇ ਇੱਕ ਤਰੀਕੇਕਾਰ ਆਈ ਆ ਜੋ ਵੀ ਕਰਦੇ, ਕਿਉਂਕਿ ਜਮਹੂਰੀਅਤ ਆ, ਜਮਹੂਰੀਅਤ ਦੇ ਵਿੱਚ ਜਮਹੂਰੀ ਲੋਕ ਹੀ ਫੈਸਲਾ ਕਰਦੇ ਹੁੰਦੇ ਨੇ। ਲਿਹਾਜ਼ਾ ਸਾਡੇ ਤੇ ਐਪਲੀਕੇਬਲ ਤੇ ਨਹੀਂ ਇਹ ਚੀਜ਼ਾਂ, ਲੇਕਿਨ ਸਾਨੂੰ ਬਾਹਰਲੇ ਚੀਜ਼ਾਂ ਦੇਖਣਾ ਚਾਹੀਦਾ ਕਿ ਸਾਡੇ ਮੁਲਕ 'ਚ ਅੱਜ ਹੀ ਮੈਂ ਖਬਰ ਦੇਖ ਰਿਹਾ ਸਾਂ ਕਿ ਕਰਾਚੀ ਦੇ ਵਿੱਚ ਕਾਫੀ ਬਲਾਸਟ ਹੋਇਆ ਵੇ, ਲੇਕਿਨ ਕਰਾਚੀ ਤੇ ਪਹਿਲੀ ਦਫਾ ਹੋਇਆ, ਪਾਕਿਸਤਾਨ ਦੇ ਅੰਦਰ ਤੇ ਹਰ ਰੋਜ਼ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਾਮਲਾਤ ਹੋ ਰਹੇ ਨੇ। ਔਰ ਸਾਡੇ ਬੱਚੇ, ਇਹ ਆਰਮੀ ਜਾਂ 에ਅਰਫੋਰਸ, ਨੇਵੀ, ਪੁਲਿਸ ਜਿਹੜੇ ਵੀ ਇਹ ਸਾਡੇ ਬੱਚੇ ਨੇ, ਔਰ ਸਾਡੇ ਬੱਚੇ ਸ਼ਹੀਦ ਹੋ ਰਹੇ ਨੇ ਇਹਦੇ 'ਚ। ਤੇ ਸਾਡੀ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਕਿ ਇਹ ਜਿਹੜੇ ਜਹਾਦੀ ਨਹੀਂ ਬਲਕਿ ਇਹ ਫਸਾਦੀ ਨੇ ਜਿਹੜੇ ਆ ਕੇ ਇੱਥੇ ਧਮਾਕੇ ਕਰਦੇ ਨੇ ਜਾਂ ਬੰਬ ਬਲਾਸਟ ਕਰਦੇ ਨੇ। ਉਹਦੇ ਨਾਲ ਸਾਡਾ ਕੌਮੀ ਨੁਕਸਾਨ ਵੀ ਹੁੰਦਾ, ਸਾਡੇ ਜਾਨੀ ਨੁਕਸਾਨ ਵੀ ਹੁੰਦਾ, ਔਰ ਸਭ ਤੋਂ ਵੱਧ ਕੇ ਸਾਡੀ ਸ਼ੋਹਰਤ ਜਿਹੜੀ ਹੈ ਪਾਕਿਸਤਾਨ ਦੀ ਦੁਨੀਆ 'ਚ ਬੜੀ ਖਰਾਬ ਹੁੰਦੀ ਹੈ। ਅੱਲਾਹ ਹਾਫਿਜ਼, अस्सलाम।